पहली बात कि बिल पे चर्चा नहीं हुई, ये झूठ है। बिल पे चर्चा हुई, हाई पावर्ड कमेटी बनाई गई, हाई पावर्ड कमेटी में चर्चा हुई। ਸਾਨੂੰ ਪੂਰਾ ਵਿਸ਼ਵਾਸ ਸੀ ਕਿ ਜਿਹੜੇ ਸਾਡੇ 35 ਸਾਲ ਦੇ ਸਾਥੀ ਸਾਡੇ ਨਾਲ ਧੋਖਾ ਨਹੀਂ ਕਰਨਗੇ ਜਾਂ ਸਾਨੂੰ ਝੂਠ ਨਹੀਂ ਬੋਲਣਗੇ। पर तुसी तो खुश सीगे, तुसी तो खुद बयान दे गए, उसके बाद रुस गए। ਹੁਣ ਇਹ ਮੈਂ ਇਸ ਤੋਂ ਜ਼ਿਆਦਾ ਨਹੀਂ ਕਹਿਣਾ ਚਾਹਦਾ ਇਹਦੇ ਕੀ ਕਾਰਨ ਨੇ। ਮੈਂ ਉਹੀ ਕਿਹਾ ਕਿ ਮੈਨੂੰ ਤੇ ਬਾਦਲ ਸਾਹਿਬ ਨੂੰ ਉਹਨਾਂ ਨੇ ਭਰੋਸਾ ਦਵਾਇਆ ਸੀ ਕਿ ਆਖਰ ਤੁਹਾਡੇ ਜੋ ਤੁਸੀਂ ਤੁਹਾਡੇ ਜਿਹੜੀਆਂ ਇਸ਼ੂਜ਼ ਹੈ ਅਸੀਂ ਸਾਰਾ ਕੁਝ ਵਿੱਚ ਪਾਵਾਂਗੇ। ਦੇਖੋ ਅਜੇ ਪੂਰੀ ਕਹਾਣੀ ਬਾਹਰ ਨਹੀਂ ਆਈ, ਪੂਰੀ ਕਹਾਣੀ ਬਾਹਰ ਨਹੀਂ ਆਈ। ਜਿਹੜੇ ਕਹਿੰਦੇ ਮੈਂ 16 ਸਾਲ ਜੇਲ੍ਹ 'ਚ ਰਿਹਾ, ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਬਿੱਲ ਬਹੁਤ ਵਧੀਆ ਹੈ, ਇਹ ਬਿੱਲ ਦਾ ਕਿਸਾਨ ਦਾ ਭਲਾ ਹੋਣਾ। ਸਾਨੂੰ ਤਾਂ ਮੈਂ ਕਹਿੰਦਾ ਹੁਣ ਪਤਾ ਲੱਗਿਆ, ਜਦੋਂ ਸਾਰਾ ਸਟੱਡੀ ਕੀਤਾ, ਕਿਦੋਂ ਕੀਤਾ, ਸਾਰਾ ਪਤਾ ਲੱਗਿਆ। ਨਹੀਂ ਤਾਂ ਇਹਨਾਂ ਨੇ ਸਾਨੂੰ ਤਾਂ ਅਸੀਂ ਤਾਂ ਸਾਰਿਆਂ ਨੂੰ ਕੱਢ ਕੇ ਬਾਹਰ ਸੈਸ਼ਨ ਕਰਤਾ ਸੀ। मेरा बयान तुसी एडा मोटा करके लगाया कि 117 सीटों पे लड़ेगी बीजेपी, वो तो लड़ेगी। ਆਹ ਗਜਟ ਹੈ ਪੰਜਾਬ ਸਰਕਾਰ ਦਾ, ਜਦੋਂ ਉਹਨਾਂ ਨੇ ਐਕਟ ਪਾਸ ਪੰਜਾਬ 'ਚ ਕੀਤਾ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪ੍ਰਾਈਵੇਟ ਫਾਰਮ ਹਾਊਸ ਸਿਸਮਾ ਹਾਊਸ ਘੇਰਾਂਗੇ। ਹਲੇ ਵੀ ਸਾਰਾ ਕੁਝ ਕਲੀਨ ਚਿੱਟ ਦੇਣ ਦੇ ਬਾਵਜੂਦ ਕਹਿੰਦੇ ਜੀ 7-8 ਕਰੋੜ ਹੀ ਆ ਜਿਹੜਾ ਗਿਆ। ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ ਮੋਹਜਾਲ। ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਸਾਰੀਆਂ ਹੀ ਰਾਸ਼ੀ ਧਿਰਾਂ ਇਹ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਸੱਕੇ। ਕੋਈ ਆਵਾਜ਼ ਆਉਂਦੀ ਹੈ ਕਿ ਮੈਂ ਕਿਸਾਨਾਂ ਦਾ ਸੱਕਾ, ਉਹ ਕਹਿੰਦੇ ਇਹ ਨਹੀਂ, ਮੈਂ ਕਿਸਾਨਾਂ ਦਾ ਸੱਕਾ ਹੈਗਾ। ਜੇ ਕਿਸਾਨਾਂ ਦੇ ਇਹ ਸੱਕੇ ਨੇ, ਫਿਰ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਕਿਉਂ ਨਹੀਂ ਜਾ ਰਹੇ? ਕਿਹੜੀ ਗੱਲ ਦਾ ਇਹਨਾਂ ਨੂੰ ਡਰ ਹੈ? ਖੈਰ, ਡਰ ਤਾਂ ਤੁਹਾਨੂੰ ਵੀ ਪਤਾ ਹੈ ਕਿਹੜੀ ਗੱਲ ਦਾ ਹੈਗਾ ਇਹਨਾਂ ਨੂੰ, ਪਰ ਇੱਕ ਵੱਡਾ ਮਸਲਾ ਜ਼ਰੂਰ ਹੈ ਕਿ ਮਾਮਲਾ ਤਾਂ ਬੜਾ ਗੰਭੀਰ ਹੈ ਖੇਤੀ ਕਾਨੂੰਨਾਂ ਦਾ। ਪਰ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਮਾਹੌਲ ਬਣਿਆ ਹੋਇਆ ਹੈ, ਜਿਵੇਂ ਰਾਸ਼ੀ ਧਿਰਾਂ ਮਾਰਚ ਕੱਢ ਰਹੀਆਂ ਨੇ, ਰੈਲੀਆਂ ਕੱਢ ਰਹੀਆਂ ਨੇ, ਉਸ ਤੋਂ ਇਹ ਲੱਗ ਰਿਹਾ ਜਿਵੇਂ ਡੀਜੇ ਤੇ ਬੂਫਰ ਲੱਗੇ ਨੇ ਕਿ ਰਾਸ਼ੀ ਧਿਰਾਂ ਦੇ ਘਰ ਕੋਈ ਵਿਆਹ ਧਰਿਆ ਹੋਇਆ ਹੈ। ਡੀਜ਼ਿਆਂ ਤੇ ਗਾਣੇ ਵੱਜਦੇ ਨੇ, ਥਾਂ ਥਾਂ ਦੇ ਉੱਤੇ ਕਿਰਪਾਨਾਂ ਭੇਂਟ ਕੀਤੀਆਂ ਜਾ ਰਹੀਆਂ। ਸੁਖਬੀਰ ਸਿੰਘ ਬਾਦਲ ਨੂੰ, ਹਰਸਿਮਰਤ ਕੌਰ ਬਾਦਲ ਨੂੰ ਦੁਸਾਲੇ ਪਾਏ ਜਾ ਰਹੇ ਨੇ। ਸਵਾਲ ਥੱਲੇ ਲੋਕ ਪੁੱਛ ਰਹੇ ਨੇ ਕਿ ਕਿਹੜੀ ਜੰਗ ਜਿੱਤ ਕੇ ਆਏ ਨੇ, ਇਹਨਾਂ ਦਾ ਇੰਨਾ ਸਨਮਾਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਤਾਂ ਕਿਸਾਨੀ ਦੀ ਜੰਗ ਵੀ ਹਾਰ ਗਿਆ, ਕਿਉਂਕਿ ਜਿਹੜੇ ਬਿੱਲ ਸੀ ਉਹ ਹੁਣ ਕਾਨੂੰਨ ਬਣ ਗਏ ਨੇ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ। ਅੱਜ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਜਿਹੜੇ ਬਿੱਲ ਹੈਗੇ ਨੇ, ਇਹ ਕਾਨੂੰਨ ਨੇ ਜਿਹੜੇ ਨਵੇਂ, ਇਹ ਕਿਸਾਨਾਂ ਲਈ ਕਿਵੇਂ ਫਾਇਦੇਮੰਦ ਨੇ। ਨਾਲ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉੱਤੇ ਵੀ ਤਿੱਖੇ ਵਾਰ ਕੀਤੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਿਤਾ ਜੀ ਇਹਨਾਂ ਆਰਡੀਨੈਂਸਾਂ ਦੀ ਤਾਰੀਫ ਕਰਦੇ ਰਹੇ ਨੇ, ਤੇ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਜੀ ਤੋਂ ਸਭ ਤੋਂ ਪਹਿਲਾਂ ਜਾ ਕੇ ਪੁੱਛਣ ਤੁਸੀਂ ਤਾਰੀਫ ਕਿਉਂ ਕੀਤੀ ਸੀ, ਉਸ ਤੋਂ ਬਾਅਦ ਸਾਨੂੰ ਸਵਾਲ ਕਰਨ। ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ, ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਰਾਹੁਲ ਗਾਂਧੀ ਤੋਂ 3 ਸਵਾਲ ਪੁੱਛ ਲਿੱਤੇ, ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਵੀ ਨੇ। ਪਰ ਹਮਦਰਦ ਟੀਵੀ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਤੇ ਉਧਰ ਹਰਪਾਲ ਸਿੰਘ ਚੀਮਾ ਜੋ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਖਾਸ ਤੌਰ ਤੇ ਧਰਮਸੋਤ ਦਾ ਮੁੱਦਾ ਵੀ ਅੱਜ ਗਰਮਾਇਆ ਰਿਹਾ। ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜ਼ੋਰਾਂ ਉੱਤੇ ਹੈ। ਸਾਰੀਆਂ ਹੀ ਸਿਆਸੀ ਧਿਰਾਂ ਇਸ ਮੁੱਦੇ ਉੱਤੇ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੀਆਂ ਨੇ, ਤੇ ਕਿਸਾਨ ਸਾਰੀਆਂ ਹੀ ਪਾਰਟੀਆਂ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ ਨੇ। ਖੇਤੀ ਕਾਨੂੰਨਾਂ ਦੇ ਉੱਤੇ ਐਨਡੀਏ ਦੇ ਨਾਲੋਂ ਨਾਤਾ ਤੋੜਨ ਵਾਲੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਪੰਜਾਬ ਦੇ ਵਿੱਚ ਕੱਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ, ਜੋ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕਰੇਗਾ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਰਾਹੁਲ ਗਾਂਧੀ ਤੋਂ 3 ਸਵਾਲਾਂ ਦੇ ਜਵਾਬ ਮੰਗੇ ਨੇ। ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 2017 ਦੇ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਅਜੇ ਹੀ ਬਿੱਲ ਵਿਧਾਨ ਸਭਾ ਵਿੱਚ ਪਾਸ ਕਰ ਚੁੱਕੀ ਹੈ। ਉਹਨਾਂ ਆਖਿਆ ਕਿ ਕੈਪਟਨ ਸਰਕਾਰ ਹੁਣ ਇਸ ਮੁੱਦੇ ਉੱਤੇ ਜਾਣਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਰਾਹੁਲ ਗਾਂਧੀ ਪੰਜਾਬ ਵਿੱਚ ਡਰਾਮਾ ਕਰਨ ਵਾਸਤੇ ਆ ਰਹੇ ਹੈ। ਪੰਜਾਬ ਦੀ ਜਨਤਾ ਆ ਸਵਾਲ ਕੱਲ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਦੀ ਹੈ। ਉਹ ਸਵਾਲ ਦੇ ਵਿੱਚੋਂ ਪਹਿਲਾ ਸਵਾਲ ਹੈ ਕਿ ਰਾਹੁਲ ਗਾਂਧੀ ਜੀ ਤੁਸੀਂ ਆ ਰਹੇ ਹੋ, ਕਿਸਾਨਾਂ ਦੀ ਆਵਾਜ਼ ਉਠਾਉਣਾ ਚਾਹੁੰਦੇ ਹੋ। ਮੇਰਾ ਪਹਿਲਾ ਸਵਾਲ ਰਾਹੁਲ ਗਾਂਧੀ ਨੂੰ ਹੈ ਕਿ ਤੁਹਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਪੱਤਰ ਹੈ, ਤੁਹਾਡੀ ਉਹਦੇ 'ਚ ਫੋਟੋ ਹੈ। ਉਸ ਚੋਣ ਪੱਤਰ ਵਿੱਚ ਕਲੀਅਰਲੀ ਲਿਖਿਆ, ਮੰਗ ਰੱਖੀ ਹੈ ਕਾਂਗਰਸ ਦੀ ਮੈਨੀਫੈਸਟੋ ਲਿਖਿਆ ਕਿ ਜਦੋਂ ਸਾਡੀ ਸਰਕਾਰ ਆਈ
ਤੇ ਅਸੀਂ ਪ੍ਰਾਈਵੇਟ ਮੰਡੀਆਂ ਖੋਲਾਂਗੇ, ਈ ਫਾਰਮਿੰਗ ਕਰਾਵਾਂਗੇ, ਕੰਟਰੈਕਟ ਫਾਰਮਿੰਗ ਕਰਾਵਾਂਗੇ। ਹੋਰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਨਹੀਂ ਕੰਮ ਕੀਤਾ। ਰਾਹੁਲ ਗਾਂਧੀ ਜੀ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਆਪਣੇ ਜਿਹੜੇ ਨਾਲ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਬੈਠੇ ਉਹਨਾਂ ਨੂੰ ਸਵਾਲ ਪੁੱਛੋ, ਜੇ ਤੁਸੀਂ ਗੱਲ ਕਰਦੇ ਹੋ। ਪੁੱਛ ਤਾਂ ਸਕਦੇ ਨਹੀਂ ਕਿਉਂਕਿ ਬਣਾਉਣ ਵਾਲੇ ਰਾਹੁਲ ਗਾਂਧੀ ਆਪ ਹੈ। ਆਹ ਗਜਟ ਹੈ ਪੰਜਾਬ ਸਰਕਾਰ ਦਾ ਜਦੋਂ ਉਹਨਾਂ ਨੇ ਐਕਟ ਪਾਸ ਪੰਜਾਬ 'ਚ ਕੀਤਾ। ਦੂਜਾ ਸਵਾਲ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ 2019 ਦਾ ਜਿਹੜਾ ਚੋਣ ਪੱਤਰ ਹੈ ਤੁਹਾਡਾ, ਜਿੱਥੇ ਤੁਸੀਂ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਮੰਤਰੀ, ਆਉਣ ਵਾਲਾ ਪ੍ਰਧਾਨ ਮੰਤਰੀ ਪ੍ਰੋਜੈਕਟ ਕੀਤਾ ਸੀ, ਆਹ ਮੈਨੀਫੈਸਟੋ ਹੈ, ਜਿੱਥੇ ਮੈਨੀਫੈਸਟੋ ਦੀ ਹੈਡਿੰਗ ਕੀ ਹੈ, ਕਾਂਗਰਸ ਵਿਲ ਡਿਲੀਵਰ। ਮਤਲਬ ਰਾਹੁਲ ਗਾਂਧੀ ਕਹਿ ਰਿਹਾ ਦੇਸ਼ ਨੂੰ ਕਿ ਜੇ ਸਾਡੀ ਸਰਕਾਰ ਬਣੀ, ਜੇ ਮੈਂ ਪ੍ਰਧਾਨ ਮੰਤਰੀ ਬਣਿਆ ਤੇ ਤੋਂ ਪਹਿਲਾ ਕੰਮ ਕਰੂੰਗਾ ਪਹਿਲੇ ਚੋਣ ਪੱਤਰ 2017 ਤੋਂ ਵੀ ਅੱਗੇ ਚਲੇ ਗਏ। ਕਹਿੰਦੇ ਪਹਿਲਾ ਕੰਮ ਕਰੂੰਗਾ ਕਿ ਮੈਂ APMC ਮੰਡੀਆਂ ਹੀ ਬੰਦ ਕਰ ਦੂੰਗਾ, ਜੇ ਸਰਕਾਰੀ ਮੰਡੀਆਂ ਬੰਦ ਕਰ ਦੂੰਗਾ। ਮੈਂ ਜੋ ਲਿਖਿਆ ਲਫ਼ਜ਼ ਲਿਖੇ ਆ ਮੈਂ ਪੜ੍ਹਨਾ ਚਾਹੁੰਦਾ। ਰਾਹੁਲ ਗਾਂਧੀ ਲਫ਼ਜ਼, ਕਾਂਗਰਸ ਵਿਲ ਰਿਪੀਲ ਦਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ, ਕਿ ਜਿਹੜਾ ਐਕਟ ਬਣਾਇਆ ਸਰਕਾਰੀ ਮੰਡੀਆਂ ਦਾ APMC ਐਕਟ, ਮੇਰੀ ਸਰਕਾਰ ਦੇਸ਼ ਬਣੇ ਮੈਂ ਐਕਟ ਹੀ ਰੱਦ ਕਰ ਦੂੰਗਾ। ਐਂਡ ਮੇਕ ਟ੍ਰੇਡ in agriculture produce including sports and interstate trade free from all restrictions। जिना मर्जी प्राइवेट आए जो आए सारा कुछ मैं फ्री कर दूंगा। राहुल गांधी दे बयान है। पर राहुल गांधी जी तुसी फिर आ किस वास्ते हो, की दिखाना चाहते हो? तीजा सवाल मैनू पूछना चाहना है, जे तुसी इन्ना थानू दर्द फिर भी थानू कहने तुसी तुहाडे कोल दर्द आ, तुसी आ रहे हो। ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ, ਜਿੰਨੇ ਦਿਨ ਪਾਰਲੀਮੈਂਟ ਦਾ ਸੈਸ਼ਨ ਰਿਹਾ, ਤੁਸੀਂ ਪਾਰਲੀਮੈਂਟ 'ਚ ਕਿਉਂ ਨਹੀਂ ਗਏ? ਪਹਿਲੇ ਦਿਨ ਜਦੋਂ ਸ਼ੁਰੂ ਹੋਇਆ ਰਾਹੁਲ ਗਾਂਧੀ ਨੇ ਜਹਾਜ਼ ਫੜਿਆ ਤੇ ਬਾਹਰ ਚਲੇ ਗਿਆ। ਜਿਸ ਦਿਨ ਸੈਸ਼ਨ ਖਤਮ ਹੋਇਆ ਰਾਹੁਲ ਗਾਂਧੀ ਵਾਪਸ ਆਏ। ਪੂਰਾ ਜੇ ਇੰਨਾ ਦਰਦ ਕਿਸਾਨਾਂ ਦਾ ਫਿਰ ਉੱਥੇ ਲੜਾਈ ਕਿਉਂ ਨਹੀਂ ਲੜੀ? ਦੂਜੀ ਗੱਲ, ਲੜਾਈ ਤਾਂ ਕੀ ਕਰਨੀ ਸੀ? ਆਪਣੇ MPਆਂ ਨੂੰ ਵੀ ਨਹੀਂ ਕਿਹਾ ਲੜਾਈ ਲੜਨ ਵਾਸਤੇ, ਵਿਪ ਵੀ ਨਹੀਂ ਜਾਰੀ ਕੀਤਾ। ਵਿਪ ਨਹੀਂ ਜਾਰੀ ਕੀਤਾ। ਮੈਂ ਸਵਾਲ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ, ਕਿਉਂ ਨਹੀਂ ਤੁਸੀਂ ਵਿਪ ਜਾਰੀ ਕੀਤਾ ਕਿ ਸਾਡੇ MP ਇਹਦੇ ਵੋਟ ਅਲੱਗ ਖਿਲਾਫ ਪਾਉਣਗੇ? ਕਿਉਂ ਤੁਹਾਡੇ ਸੀਨੀਅਰ ਲੀਡਰ ਪਾਰਟੀ ਦੇ ਉੱਥੇ ਹਾਜ਼ਰ ਨਹੀਂ ਸੀ? ਕਿਉਂ ਤੁਹਾਡੀ ਪਾਰਟੀ ਦੀ ਜੋ ਵੋਟ ਪਾਉਣ ਦਾ ਟਾਈਮ ਹੋਇਆ, ਕਿਉਂ ਤੁਹਾਡੀ ਪਾਰਟੀ ਦੇ MP ਵਾਕਆਊਟ ਕਿਉਂ ਕਰ ਗਏ? ਉੱਥੇ ਖੜ ਕੇ ਵੋਟਾਂ ਖਿਲਾਫ ਪਾਉਣ ਕਿਉਂ ਨਹੀਂ ਉੱਥੇ ਡਿੱਕੇ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਜਦੋਂ ਹਮਦਰਦ TV ਦੇ ਪੱਤਰਕਾਰ ਨੇ ਪੁੱਛਿਆ ਕਿ ਜੇ ਤੁਸੀਂ ਕਹਿ ਰਹੇ ਹੋ ਕਿ 2017 ਦੇ ਵਿੱਚ ਕੈਪਟਨ ਸਰਕਾਰ ਨੇ ਖੇਤੀ ਨਾਲ ਸੰਬੰਧਿਤ ਅਜੇ ਬਿੱਲ ਪਾਸ ਕੀਤੇ ਸਨ, ਤਾਂ ਉਸ ਵੇਲੇ ਕਿਸਾਨ ਸੜਕਾਂ ਦੇ ਉੱਤੇ ਕਿਉਂ ਨਹੀਂ ਉਤਰੇ ਤੇ ਤੁਸੀਂ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡੇ ਮਾਰਚ ਕੱਢ ਰਹੇ ਹੋ, ਫਿਰ 2017 ਦੇ ਵਿੱਚ ਕਿਉਂ ਸੁੱਤੇ ਰਹੇ? ਹਮਦਰਦ TV ਦੇ ਇਹਨਾਂ ਸਵਾਲਾਂ ਦਾ ਸੁਖਬੀਰ ਸਿੰਘ ਬਾਦਲ ਨੇ ਕੀ ਜਵਾਬ ਦਿੱਤਾ, ਤੁਸੀਂ ਖੁਦ ਹੀ ਸੁਣ ਲਓ। ਕਿਉਂਕਿ ਉਦੋਂ ਸਰਕਾਰ ਨਵੀਂ ਬਣੀ ਸੀ, ਪਤਾ ਨਹੀਂ ਲੱਗਿਆ, ਕਿਸੇ ਨੂੰ ਪਤਾ ਹੀ ਨਹੀਂ ਸੀ। ਉਦੋਂ ਕੈਬਨਿਟ 'ਚ ਕੀ ਕਰਕੇ ਸੈਸ਼ਨ ਸਾਨੂੰ ਬਾਹਰ ਕੱਢਤਾ। ਤੁਹਾਨੂੰ ਵੀ ਨਹੀਂ ਪਤਾ? ਸਾਨੂੰ ਬਾਹਰ ਹੀ ਕੱਢਤਾ। ਤੁਸੀਂ ਦੇਖਿਆ ਹੋਣਾ ਪਹਿਲੇ ਸੈਸ਼ਨ ਤਾਂ ਸਾਨੂੰ ਬਾਹਰ ਕੱਢਤਾ, ਉਦੋਂ ਰੌਲਾ ਪੈ ਗਿਆ ਸੀ। ਸਾਨੂੰ ਪੱਗਾਂ ਪਹਿਲੇ ਸੈਸ਼ਨ ਨਿਕਲੀਆਂ ਪਾਸ ਕਰਕੇ ਉਹਨੇ ਕਰਤਾ। ਪਰ ਉਸ ਦੇ ਬਾਵਜੂਦ ਤੁਸੀਂ ਪੜਿਆ ਨਹੀਂ? ਤੁਸੀਂ ਸੈਸ਼ਨ ਪੰਜਾਬ ਅਸੈਂਬਲੀ ਵਿੱਚ ਕਿਤੇ ਪਹਿਲੇ ਚੀਜ਼ਾਂ ਨਹੀਂ ਆਉਂਦੀਆਂ ਸਾਡੇ ਕੋਲੇ। ਉਹ ਤਾਂ ਔਨ ਦਾ ਫਲੋਰ ਆਫ ਦਾ ਹਾਊਸ ਟੇਬਲ ਤੇ ਰੱਖਦੇ ਆ ਕਿ ਆਹ ਬਿੱਲ ਅੱਜ ਆਪਣੇ ਹੈ, ਆਹ ਬਿੱਲ ਚਾਹ ਹੈ। ਉਦੋਂ ਸਾਨੂੰ ਸਾਰਿਆਂ ਨੂੰ ਕਰਤਾ, ਸਾਨੂੰ ਤਾਂ ਪਤਾ ਹੀ ਨਹੀਂ ਬਿੱਲ। ਅਸੀਂ ਬਾਅਦ 'ਚ ਪਤਾ ਕੀਤਾ, ਲੱਗਿਆ ਕਿ ਬਿੱਲ ਵੀ ਪਾਸ ਹੋ ਗਏ। ਉਸ ਤੋਂ ਬਾਅਦ ਮਾਰਚ ਕਿਉਂ ਨਹੀਂ ਕੱਢੇ ਤੁਸੀਂ? ਸਾਨੂੰ ਤਾਂ ਮੈਂ ਕਿਹਾ ਹੁਣ ਪਤਾ ਲੱਗਿਆ, ਜਦੋਂ ਸਾਰਾ ਸਟੱਡੀ ਕੀਤਾ, ਕਿਦੋਂ ਕੀਤਾ, ਸਾਰਾ ਪਤਾ ਲੱਗਿਆ। ਨਹੀਂ ਤਾਂ ਇਹਨਾਂ ਨੇ ਸਾਨੂੰ ਤਾਂ ਅਸੀਂ ਤਾਂ ਸਾਰਿਆਂ ਨੂੰ ਕੱਢ ਕੇ ਬਾਹਰ ਸੈਸ਼ਨ ਕਰਤਾ ਸੀ। ਤੁਸੀਂ ਸੁਣਿਆ ਕਿ ਸੁਖਬੀਰ ਸਿੰਘ ਬਾਦਲ ਇਹਨਾਂ ਸਵਾਲਾਂ ਦੇ ਢੁਕਵੇਂ ਜਵਾਬ ਨਹੀਂ ਦੇ ਸਕੇ। ਹੈਰਾਨੀ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਕਈ ਮੰਚਾਂ ਤੋਂ ਕਹਿ ਰਿਹਾ ਹੈ ਕਿ ਅਜੇ ਬਿੱਲ ਤਾਂ ਕੈਪਟਨ ਸਾਹਿਬ ਨੇ 2017 ਦੇ ਵਿੱਚ ਪਾਸ ਕਰ ਦਿੱਤੇ ਸੀ, ਫਿਰ ਅਕਾਲੀ ਦਲ ਉਸ ਵੇਲੇ ਚੁੱਪ ਕਿਉਂ ਬੈਠਾ ਰਿਹਾ?
ਕਿ ਅੱਜ ਵੋਟਾਂ ਨੇੜੇ ਆ ਗਈਆਂ ਨੇ ਤਾਂ ਅਕਾਲੀਆਂ ਨੂੰ ਇਹ ਬਿੱਲ ਵੀ ਸਮਝ ਆ ਗਏ ਨੇ। ਖੈਰ ਅੱਗੇ ਸੁਣੋ। ਜਦੋਂ ਹਮਦਰਦ ਟੀਵੀ ਦੇ ਪੱਤਰਕਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਬਿੱਲਾਂ ਸੰਬੰਧੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਵਿਰੋਧ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਤੇ ਤੁਹਾਡੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਸੰਬੰਧੀ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਸੀ। ਇਸ ਮੁੱਦੇ ਉੱਤੇ ਅੱਜ ਚੰਡੀਗੜ੍ਹ ਪੁੱਜੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਅਕਾਲੀਆਂ ਨੂੰ ਰਗੜੇ ਲਾਏ ਨੇ। ਤਾਂ ਇਸ ਮੁੱਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ, ਤੁਸੀਂ ਖੁਦ ਹੀ ਸੁਣ ਲਓ। ਤੁਹਾਨੂੰ ਹਰਦੀਪ ਪੁਰੀ ਜੀ ਨੇ ਇੱਕ ਸਵਾਲ ਪੁੱਛਿਆ ਤੁਹਾਨੂੰ, ਤੁਹਾਡੀ ਪਾਰਟੀ ਨੂੰ, ਕਿ ਬਾਦਲ ਸਾਹਿਬ ਨੇ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਦਿਨ ਪਹਿਲਾਂ ਹੀ, ਤੇ ਉਸ ਤੋਂ ਬਾਅਦ ਤੁਸੀਂ ਪਾਰਲੀਮੈਂਟ 'ਚ ਉਸ ਦੇ ਵਿਰੁੱਧ ਬੋਲਦੇ ਰਹੇ ਜਿਨ੍ਹਾਂ ਦੇ ਉਹ ਫਿਰ ਬਾਦਲ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਇਹਨਾਂ ਆਰਡੀਨੈਂਸਾਂ ਦੇ ਹੱਕ ਮੈਂ ਉਹੀ ਕਿਹਾ ਕਿ ਮੈਨੂੰ ਤੇ ਬਾਦਲ ਸਾਹਿਬ ਨੂੰ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਆਖਰ ਤੁਹਾਡੇ ਜੋ ਤੁਸੀਂ ਤੁਹਾਡੇ ਜਿਹੜੀਆਂ ਇਸ਼ੂਜ਼ ਹੈ ਅਸੀਂ ਸਾਰਾ ਕੁਝ ਵਿੱਚ ਪਾਵਾਂਗੇ। ਸਾਨੂੰ ਪੂਰਾ ਵਿਸ਼ਵਾਸ ਸੀ ਕਿ ਜਿਹੜੇ ਸਾਡੇ 35 ਸਾਲ ਦੇ ਸਾਥੀ ਸਾਡੇ ਨਾਲ ਧੋਖਾ ਨਹੀਂ ਕਰਨਗੇ ਜਾਂ ਸਾਨੂੰ ਝੂਠ ਨਹੀਂ ਬੋਲਣਗੇ। ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਉੱਤੇ ਕਈ ਵਾਰ ਕੀਤੇ। ਉਹਨਾਂ ਆਖਿਆ ਹੈ ਕਿ ਘਪਲੇ ਵਿੱਚ ਧਰਮਸੋਤ ਨੂੰ ਕਲੀਨ ਚਿੱਟ ਦੇ ਕੇ ਸਰਕਾਰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਸਰਕਾਰ ਦੇ ਮੰਤਰੀ ਤੇ ਵਿਧਾਇਕ ਪੰਜਾਬ ਦੀ ਖੁੱਲ੍ਹ ਕੇ ਲੁੱਟ ਕਰਨ। ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਬਣਾਇਆ, ਲੁੱਟ ਦੀ ਖੁੱਲੀ ਛੁੱਟੀ ਦੇ ਦਿੱਤੀ। ਸਾਧੂ ਸਿੰਘ ਧਰਮਸੋਤ ਕਰੋੜਾਂ ਰੁਪਏ ਗਰੀਬ ਦਲਿਤ ਪਰਿਵਾਰਾਂ ਦੇ ਜਿਹੜੇ ਵਜ਼ੀਫੇ ਆਉਣੇ ਸੀ ਉਹ ਗਾਇਬ ਕਰਤੇ, ਛੱਕ ਗਿਆ। ਤੇ ਉਹ ਜਿਹੜਾ ਇਨਕੁਆਇਰੀ ਕੋਈ ਅਕਾਲੀ ਦਲ ਨੇ ਨਹੀਂ ਕੀਤੀ ਸੀ ਜਾਂ ਮੀਡੀਆ ਨੇ ਨਹੀਂ ਕੋਈ ਇਨਵੈਸਟੀਗੇਸ਼ਨ ਕੀਤੀ ਸੀ, ਉਸੇ ਹੀ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਦੀ ਇਨਕੁਆਇਰੀ, ਉਹ ਇਨਕੁਆਇਰੀ ਦੇ ਬਾਅਦ ਉਹਨੇ ਸਬੂਤ ਦਿੱਤੇ ਕਿਵੇਂ ਕਾਲਜਾਂ ਨੂੰ ਉਹਨਾਂ ਨੇ ਫਾਇਦਾ ਦਿੱਤਾ, ਕਰੋੜਾਂ ਰੁਪਏ ਦਾ ਫਾਇਦਾ ਦਿੱਤਾ। ਜਿਹੜੇ ਕਾਲਜਾਂ ਤੋਂ ਲੈਣਾ ਸੀ ਪੈਸਾ ਉਹਨਾਂ ਕਾਲਜਾਂ ਨੂੰ ਦਿੱਤਾ ਪੈਸਾ। ਕਿਵੇਂ ਉਹਨੇ ਡਿਪਟੀ ਡਾਇਰੈਕਟਰ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਵਾਪਸ ਬਹਾਲ ਕੀਤਾ। ਕਿਵੇਂ ਧਰਮਸੋਤ ਨੇ ਲਿਖ ਕੇ ਫਾਈਲਾਂ ਤੇ ਆਰਡਰ ਕੀਤਾ ਕਿ ਸਾਰੇ ਫੈਸਲੇ ਮੇਰੇ ਤੋਂ ਹੋਣਗੇ, ਮੇਰੀ ਨਿਗਰਾਨੀ 'ਚ ਹੋਣਗੇ, ਕਿਉਂਕਿ ਬਚਾਉਣਾ ਸੀ, ਕਲੀਨ ਚਿੱਟ ਦੇਣੀ ਸੀ। ਹੈਰਾਨੀ ਦੀ ਗੱਲ ਹੈ ਕਿ ਕਮੇਟੀ ਬਣਾਈ ਜਾਂਦੀ ਹੈ, ਪ੍ਰਿੰਸੀਪਲ ਸੈਕਟਰੀ ਨੇ ਫੈਸਲਾ ਕੀਤਾ ਹੋਏ, ਉਹਦੇ ਜੂਨੀਅਰ ਦੀ ਕਮੇਟੀ ਬਣਾਈ ਜਾਂਦੀ ਹੈ। ਅੱਜ ਤੱਕ ਹਿਸਟਰੀ 'ਚ ਕਿਤੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਆ ਨਹੀਂ ਹੋਊਗਾ ਕਿ ਇੱਕ ਜੂਨੀਅਰ ਆਫੀਸਰ ਦੀ ਕਮੇਟੀ ਇੱਕ ਸੀਨੀਅਰ ਆਫੀਸਰ ਦੀ ਕਮੇਟੀ ਦੀ ਵਰਡਿਕਟ ਦੇ ਖਿਲਾਫ ਬਣਾਈ ਜਾਂਦੀ ਹੋਏ। ਕਿਉਂ ਬਣਾਈ? ਕਿਉਂਕਿ ਕਲੀਨ ਚਿੱਟ ਦੇਣਾ ਸੀ, ਮਾਫ ਕਰਨਾ। ਤੇ ਕਲੀਨ ਚਿੱਟ ਕਿਵੇਂ ਦੇਣਗੇ? ਹਲੇ ਵੀ ਸਾਰਾ ਕੁਝ ਕਲੀਨ ਚਿੱਟ ਦੇਣ ਦੇ ਬਾਵਜੂਦ ਕਹਿੰਦੇ ਜੀ 7-8 ਕਰੋੜ ਹੀ ਆ ਜਿਹੜਾ ਗਿਆ। 7-8 ਕਰੋੜ ਕੋਈ ਛੋਟੀ ਗੱਲ ਹੈ? ਗਰੀਬਾਂ ਦਾ 7-8 ਕਰੋੜ, ਕੱਲੇ 7-8 ਕਰੋੜ। ਮੈਂ ਤਾਂ ਉਹਨਾਂ ਦੀ ਗੱਲ ਕਰਨਾ, 7-8 ਕਰੋੜ ਕੱਲਾ 100, 150, 200 ਕਰੋੜ ਗਾਇਬ ਕਰਕੇ ਫਿਰ ਵੀ ਉਹਨੂੰ ਬਚਾਉਂਦੇ ਕਹਿੰਦਾ ਮਿਨਿਸਟਰ ਦਾ ਕੋਈ ਰੋਲ ਨਹੀਂ ਹੈ। ਕੀ ਸੰਦੇਸ਼ਾ ਦੇਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ? ਕੈਪਟਨ ਸਾਹਿਬ ਪੂਰੇ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਮੈਂ ਆਪਣੇ ਕਾਂਗਰਸੀ ਮੰਤਰੀਆਂ ਨੂੰ ਤੇ ਐਮਐਲਏ ਨੂੰ ਖੁੱਲੀ ਛੁੱਟੀ ਦਿੱਤੀ ਹੈ। ਜਿੰਨੀ ਮਰਜ਼ੀ ਸ਼ਰਾਬ ਵੇਚੋ, ਜਿੰਨੇ ਮਰਜ਼ੀ ਬੰਦੇ ਮਰ ਜਾਣ, ਤੁਹਾਨੂੰ ਕੁਝ ਨਹੀਂ ਹੋਊਗਾ, ਕਲੀਨ ਚਿੱਟ ਮੈਂ ਦਊਂਗਾ। ਜਿੰਨਾ ਮਰਜ਼ੀ ਰੇਤਾ ਪੱਟ ਲਿਓ, ਤੁਹਾਨੂੰ ਕੋਈ ਫਿਕਰ ਨਹੀਂ, ਮੈਂ ਕਲੀਨ ਚਿੱਟ ਦਊਂਗਾ। ਜਿੰਨਾ ਮਰਜ਼ੀ ਗਰੀਬਾਂ ਦਾ ਕਰਜ਼ਾ ਤੁਸੀਂ ਮਾਫ ਆਪਣਾ ਲੁੱਟ ਲਓ, ਜਿਹੜੇ ਪੈਨਸ਼ਨਾਂ ਆਪਣਾ ਲੁੱਟ ਲਓ ਜਾਂ ਇਹਨਾਂ ਸਕਾਲਰਸ਼ਿਪ ਤੁਸੀਂ ਰਲ ਕੇ ਖਾ ਜਾਓ, ਤੁਹਾਨੂੰ ਮੈਂ ਆਂਚ ਨਹੀਂ ਆਉਣ ਦਿੰਦਾ। ਆਹ ਮੈਸੇਜ ਇੱਕ ਮੁੱਖ ਮੰਤਰੀ ਦਾ ਜਾਣਾ ਚਾਹੀਦਾ। ਮੈਂ ਰਾਹੁਲ ਗਾਂਧੀ ਨੂੰ ਸਵਾਲ ਪੁੱਛਣਾ ਹੈ, ਆਹ ਸਵਾਲ ਮੇਰੇ ਤਰਫੋਂ ਰਾਹੁਲ ਗਾਂਧੀ ਨੂੰ ਜ਼ਰੂਰ ਪੁੱਛਿਓ ਕਿ ਉਹ ਧਰਮਸੋਤ ਦੀ ਜਿਹੜੀ ਕਲੀਨ ਚਿੱਟ ਹੈ, ਕੀ ਉਹ ਸਵਾਗਤ ਕਰਦੇ ਆ ਕਲੀਨ ਚਿੱਟ ਦਾ? ਕੀ ਉਹ ਕਹਿੰਦੇ ਆ ਕਿ ਕੀ ਧਰਮਸੋਤ ਨੇ ਸਹੀ ਕੀਤਾ ਹੈ? ਜੇ ਸਹੀ ਕੀਤਾ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ, ਕਿਰਪਾ ਸ਼ੰਕਰ ਸਰੋਜ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਹੈ, ਜੇ ਸੋਚਦੇ ਕਿ ਕਿਰਪਾ ਸ਼ੰਕਰ ਸਰੋਜ ਦੀ ਗਲਤ ਇਨਕੁਆਇਰੀ ਹੈ, ਝੂਠ ਬੋਲਿਆ, ਕੀ ਉਹਨੂੰ ਸਸਪੈਂਡ ਕਰਨਗੇ? ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਥਰਸ ਦੀ ਘਟਨਾ ਉੱਤੇ ਯੋਗੀ ਸਰਕਾਰ ਨੂੰ ਲੰਮੇ ਹੱਥੀ ਲਿਆ।
ਉਹਨਾਂ ਨੇ ਆਖਿਆ ਹੈ ਕਿ ਸ਼ਰਮ ਦੀ ਗੱਲ ਹੈ ਕਿ ਯੋਗੀ ਸਰਕਾਰ ਦੋਸ਼ੀਆਂ ਨੂੰ ਸ਼ਰੇਆਮ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਹਾਥਰਸ ਜਿੱਥੇ ਦਲਿਤ ਪਰਿਵਾਰ ਦੀ ਬੱਚੀ ਨਾਲ ਬਲਾਤਕਾਰ ਹੋਇਆ, ਬੜਾ ਅਫਸੋਸ ਹੈ ਕਿ ਸਰਕਾਰ ਇੰਨੀ ਗੈਰ ਜ਼ਿੰਮੇਵਾਰ ਹੈ ਕਿ ਤੁਸੀਂ ਆਪ ਹੀ ਕ੍ਰਿਮੀਨੇਸ਼ਨ ਕਰੋ। ਇਨਸਾਫ ਕੀ ਦੇਣਾ ਸੀ यूपी सरकार ने, क्योंकि वो दलित सी इस करके तुसी उन्होंने इंसाफ देने की बजाय अपने आप क्रिमेशन, मैनू अज तक हिस्ट्री देखा हो, मैं नहीं देखा कि पुलिस अपने आप क्रिमेशन करे, धक्के ना करे, परिवार नू अपना लास्ट राइट भी ना पूरा कर देन। ये तो माड़ी गल की हो सकती है, तो वड्डा पाप की हो सकता है। पहले तो रेप होए एक दलित परिवार की बच्ची का, उसके बाद संस्कार तक घट तो घट अपने परिवार कर सके, वो लास्ट राइट तो राइट भी देखोगे। मैं कहना ये तो माड़ी गल की, श्रोमणी अकाली दल स्ट्रोंगली कंडेम्स इट। तो असीं चाहुंदे हां यूपी के चीफ मिनिस्टर नूं ऐ नहीं कि सस्पेंड करता, ਜਿਹੜੇ रिस्पोंसिबल आ उन्होंने डिसमिस होना चाहिए, उन्होंने डिसमिस नौकरी तो पुलिस वालों डिसमिस होना चाहिए। आ सस्पेंशन का मतलब है कैप्टन वांगू क्लीन चिट देनी कि आ हफ्ता तू घरे बह जा, तेन वो बाद बहाल कर देंगे, सारी तनख्वाह वापस आ जाऊगी, फिर तो ला देंगे। आ स्ट्रोंग मैसेज देश के जनता स्ट्रोंग मैसेज चाहती है, नहीं तो लोगों का एहसास करके दलित भरावां बच्चों का विश्वास है सरकारां ते, सेंटर दे ते पंजाब दी सरकारां ते उठ जाना है जी ऐ जिहियां करतूतां करते रहे। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਤੁਸੀਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਕਿਉਂ ਨਹੀਂ ਜਾ ਰਹੇ, ਕਿਸਾਨ ਤਾਂ ਇਹ ਵੀ ਕਹਿ ਰਹੇ ਨੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੈਂਬਰ ਇੱਥੇ ਆਉਣਾ ਚਾਹੁੰਦੇ ਨੇ, ਆਗੂ ਆਉਣਾ ਚਾਹੁੰਦੇ ਨੇ ਤਾਂ ਆ ਸਕਦੇ ਨੇ, ਪਰ ਉਹਨਾਂ ਨੂੰ ਮੰਚ ਤੋਂ ਸੰਬੋਧਨ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੁੱਦੇ ਉੱਤੇ ਸੁਖਬੀਰ ਸਿੰਘ ਬਾਦਲ ਜਵਾਬ ਦਿੰਦੇ ਕੁਰਸੀ ਛੱਡ ਕੇ ਤੁਰਦੇ ਬਣੇ। यार मैं तेन एक गल दसा, मैं तो तुसी थोड़े राही मैं बयान सुन रहा अखबारों चो, कहते साडे स्टेज से नहीं आना, साडा आ नहीं करना, साडे विच मेरी गल तो सुनिया करो। असी मैं तो पता ही क्या कि सानू असीं तां उन्हां नूं अगे लाउण नूं तैयार है, सानू कोई प्रॉब्लम नहीं है। उन्हां तां कल भी कहा भी नहीं ओ यार बंदे आप वर्कर तां जा ही जांदे, साडे वर्कर उत्थे जांदे आ, असीं आप भेजदे हां वर्कर अपने, रोकदे वर्करां नूं। थैंक यू। 25 मार्च 2013 ਨੂੰ ਕੀਤਾ ਗਿਆ। हरदीप पुरी ने कहा है। उधर चंडीगढ़ पुजे केंद्रीय हवाबाजी मंत्री हरदीप सिंह पुरी ने प्रेस कॉन्फ्रेंस की। उन्हां दी मौजूदगी दे विच पंजाब भाजपा प्रधान अश्विनी शर्मा ने वड्डा ऐलान किया कि 2022 ਦੇ ਵਿੱਚ भाजपा पंजाब ਦੀਆਂ ਸਾਰੀਆਂ ਸੀਟਾਂ ਭਾਵ 117 ਸੀਟਾਂ ਦੇ ਉੱਤੇ ਚੋਣਾਂ ਲੜੇਗੀ। ਖੈਰ ਜਿੱਤੇਗੀ ਕਿੰਨੀਆਂ ਕੁ ਸੀਟਾਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਜਦੋਂ ਪੱਤਰਕਾਰਾਂ ਨੇ ਹਰਦੀਪ ਸਿੰਘ ਪੁਰੀ ਨੂੰ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡਾ ਭਾਈਵਾਲ ਰਿਹਾ, ਅੱਜ ਤੋੜ ਵੀ ਛੋੜਾ ਹੋ ਗਿਆ, ਉਹ ਤੁਹਾਡੇ ਉੱਤੇ ਤਿੱਖੇ ਨਿਸ਼ਾਨੇ ਵਿੰਨ ਰਿਹਾ, ਨਰਿੰਦਰ ਮੋਦੀ ਉੱਤੇ ਵੀ ਤਿੱਖੇ ਨਿਸ਼ਾਨੇ ਵਿੰਨੇ ਜਾ ਰਹੇ ਨੇ, ਪਰ ਤੁਹਾਡਾ ਜਿਹੜਾ ਰਵੱਈਆ ਹੈ ਉਹਨਾਂ ਦੇ ਪ੍ਰਤੀ ਨਰਮ ਲੱਗ ਰਿਹਾ, ਥੋੜੇ ਜਿਹੇ ਗਰਮ ਜ਼ਰੂਰ ਨਜ਼ਰ ਆਏ ਹਰਦੀਪ ਪੁਰੀ। ਉਧਰ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਅਕਾਲੀਆਂ ਨੂੰ ਚੰਗੇ ਰਗੜੇ ਲਾਏ। ਹਰਦੀਪ ਸਿੰਘ ਪੁਰੀ ਤੇ MP ਸੋਮ ਪ੍ਰਕਾਸ਼ ਦੀ ਮੌਜੂਦਗੀ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਾਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ਉੱਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਕਿ ਸ਼੍ਰੋਮਣੀ ਅਕਾਲੀ ਦਲ ਆਖਰੀ ਸਮੇਂ ਤੱਕ ਸਪੋਰਟ ਕੀਤੀ ਨੇ, ਬਿਲਦੀ ਇਹਦੀ ਐਡਵੋਕੇਟ ਕਰਦੇ ਰਹੇ ਔਰ ਕਹਿੰਦੇ ਰਹੇ ਸਾਨੂੰ ਕੋਈ ਵੀ ਐਸਾ ਅਖਰ ਨਹੀਂ ਹੈ ਜਿਹਦੇ ਵਿੱਚ ਇਹ ਗੱਲ ਲਿਖੀ ਹੋਵੇ, ਉਹਦੀ ਸਪੋਰਟ ਕੀਤੀ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸਾਨਾਂ ਦੇ ਲੀਡਰ ਸਾਰੀ ਜ਼ਿੰਦਗੀ ਲਾਈ, ਜਿਹੜੇ ਕਹਿੰਦੇ ਮੈਂ 16 ਸਾਲ ਜੇਲ੍ਹ 'ਚ ਰਿਹਾ, ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਇਹ ਬਿੱਲ ਬਹੁਤ ਵਧੀਆ ਹੈ, ਇਹ ਬਿੱਲ ਦਾ ਕਿਸਾਨ ਦਾ ਭਲਾ ਹੋਣਾ, ਇਸ ਬਿੱਲ ਦਾ ਕਿਸਾਨ ਦੀ ਆਮਦਨ ਦੁੱਗਣੀ ਹੋਣੀ ਹੈ। ਉਹ ਤੋਂ ਬਾਅਦ ਜਦੋਂ ਮੁੜ ਕੇ ਕੋਈ ਹੋਰ ਸਟੈਂਡ ਲੈਂਦੇ ਨੇ, ਇਹਦੀ ਕੀ ਕਹੀਏ, ਉਹਨਾਂ ਦਾ ਕੋਈ ਕਾਰਨ ਤਾਂ ਹੈ ਨਾ। ਆਓ ਲੋਕਾਂ ਦੇ ਵਿੱਚ ਜਾਣਾ ਚਾਹੁੰਦੇ, ਲੋਕਾਂ ਦੇ ਵਿੱਚ ਆਪਣੀ ਜ਼ਮੀਨ ਬਣਾਉਣੀ ਚਾਹੁੰਦੇ। ਮੈਂ ਇਹ ਹੁਣ ਹਲੇ ਵੀ ਕਰਨੇਗਾ, ਇਹ ਕੋਈ ਅਤਕਦਰੀ ਨਹੀਂ ਹੈ। ਕਿਉਂ ਉਹਨਾਂ ਨੇ ਛੱਡੀ? ਆਪਣੇ ਆਪ ਜਿਹੜਾ ਐਡਵੋਕੇਟ ਕਰਦੇ ਰਹੇ, ਹੱਕ 'ਚ ਬੋਲਦੇ ਰਹੇ, ਇੱਕਦਮ ਦੂਸਰੇ ਦਿਨ ਕਹਿਣਗੇ ਨਹੀਂ ਜੀ ਸਾਡੇ ਬਿੱਲ ਠੀਕ नहीं है। नहीं बिल्कुल, अगर अलायंस रिटा तो पूरे 117 तो ही लड़ांगे, इधर तो कोई गलती नहीं है। अरे मैं
अरे खुलते खुलते ये कह रहे हैं भाई कि किनिया सीटा ते लड़ना है, ये दिल्ली का मंत्री थोड़ा ना कहेगा, ये तो मेरे ब्रदर नहीं इन्होंने बयान दिता है प्रपोजल देंगे जो जिस तरीके चल रहे पूरे 117 लड़ांगे, फिक्र ना करो। ਮੈਨੂੰ ਲੱਗਦਾ ਅੱਜ ਸਾਰਿਆਂ ਨੂੰ ਤੁਸੀਂ ਅਖਬਾਰ ਪੜ੍ਹਾਉਂਦੇ ਹੋ, ਆਪਣੀ ਅਖਬਾਰ ਆਪੇ ਨਹੀਂ ਪੜ੍ਹੀ। मेरा बयान तुसी एडा मोटा करके लगाया कि 117 सीटों पे लड़ेगी बीजेपी, तो लड़ेगी। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਚਰਵਾਰ ਨੂੰ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਪੁੱਜੇ। ਇਸ ਦੌਰਾਨ ਉਹਨਾਂ ਖੇਤੀ ਕਾਨੂੰਨਾਂ ਉੱਤੇ ਸਫਾਈ ਦਿੱਤੀ। ਖੇਤੀ ਕਾਨੂੰਨਾਂ ਦੇ ਉੱਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਡਿਫਰੈਂਸ ਆਫ ਓਪੀਨੀਅਨ ਨਹੀਂ ਰਿਹਾ। ਡਿਫਰੈਂਸ ਬਸ ਇੰਨਾ ਹੈ ਕਿ ਮੋਦੀ ਸਰਕਾਰ ਨੇ ਇਹ ਕਰ ਦਿਖਾਇਆ, ਜਦੋਂ ਕਿ ਬਾਕੀਆਂ ਨੇ ਇਸ ਨੂੰ ਮੈਨੀਫੈਸਟੋ ਤੱਕ ਹੀ ਸੀਮਤ ਰੱਖਿਆ। पहली बात के बिल पे चर्चा नहीं हुई, ये झूठ है। बिल पे चर्चा हुई, हाई पावर्ड कमेटी बनाई गई, हाई पावर्ड कमेटी में चर्चा हुई, कई और फोरम पे चर्चा हुई। इसके लिए करेक्ट फोरम ये होगा कि हमारे जो कृषि मंत्री हैं माननीय नरेंद्र सिंह तोमर जी, वो आपको पूरी लिस्टिंग दिलवा देंगे और मुझे अपना एड्रेस दे दीजिए, मैं भी आपको भेज दूंगा कहाँ कहाँ चर्चा हुई। तो फुल डिस्कशन हुई है इन चीज़ों पे। और दूसरी चीज़ भाई साहब, दोनों बिल, तीनों बिल या बाकी लेबर लेजिस्लेशन है, हम ये कहें कोरोना हो गया इसलिए हम लेजिस्लेटिव बिजनेस अपनी बंद कर दें, ये तो कभी हुआ ही नहीं है और ना ही कोई चाहेगा। और अल्टीमेटली अगर आप मानते हैं तो आपका सवाल उन लोगों को होना चाहिए था जो आज बिल का विरोध कर रहे हैं कि आपका ऑपोजिशन सीरियस है तो आप मौजूद क्यों नहीं थे राज्यसभा में। राज्यसभा में तो भारतीय जनता पार्टी की मेजॉरिटी एब्सोल्यूट नहीं है। 107 में से 33 हमारे एमपी भाई कॉलीग मिसिंग थे, उन पे यह सवाल उठाना चाहिए। सड़क पे उतर के आप विरोध करते हैं पर पार्लियामेंट में आप उपस्थित नहीं थे, इसका क्या जवाब है। तो इसलिए मैं समझता हूं ये चर्चा हो सकती है, पर यह कहना कि बिल पे चर्चा नहीं हुई सरेआम झूठ है। देखो अजय पूरी कहानी बाहर नहीं आई, पूरी कहानी बाहर नहीं आई। मैं तो उन्हें कह रहा सीगा, बीबा जी ने 6 सितंबर तो था ना, 6 सितंबर ਨੂੰ एक बयान दिता कि ये बड़े वधिया बिल ने तो ऑपोजिशन एवं ही इन्हों का विरोध कर रही है। की होया 6 सितंबर दे होर भी बयान दिते होने ने। मैं तो 6 सितंबर मैं याद आ रहा है क्योंकि मैं पढ़िया बड़े बड़े बादल साहब ये कह रहे हैं। देखो इंज है, ਤੁਹਾਨੂੰ याद होएगा 1996 की गल है, दिल्ली पोलिटिकल कोalition का जमाना सीगा। वड्डे बादल साहब ਨੂੰ चॉइस सीगी कि या कांग्रेस सपोर्टेड देवगौड़ा दी कॉम्बिनेशन नाल जुड़ जान या वाजपेयी जी ते बीजेपी स्पॉन्सर्ड कोalition नाल मिल जाए। तो वड्डे बादल साहब ने फैसला किया कि वो साडे नाल वाजपेयी जी की सरकार नाल जुड़े एंड दे वर वेरी वैल्यूड अलायंस। तो मैं अलायंस के खिलाफ कुछ नहीं कहना चाहना, पर की कारण ये तुहाडे गल कहना असी उन्होंने मना नहीं पाए, ये गल मैं नहीं मनने तैयार, ये मैं मनने नहीं तैयार। एक पार्टी अपने आप डिफेंस दे रही है, बिल दे कह रही है बड़े वधिया ने, एक किसानों के हाथ हित ने, फिर मेरे मनाने थोड़ा कोई कमी रह गई है। मैं तो अपनी कमी ਨੂੰ ਮੰਨਣ ਤਿਆਰ ਹਾਂ। अगर ਤੁਸੀਂ ਮੇਰੇ ਨਾਲ ਆ ਕੇ ਚਰਚਾ ਕਰੋ ਤੇ ਮੈਨੂੰ ਕਹੋ ਕਿ ਮੈਂ ਨਹੀਂ ਮੰਨਦਾ ਤੇ ਮੈਂ ਕਹਿਣਾ ਨਹੀਂ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਤਾਂ ਖੁਸ਼ ਸੀਗੇ, ਤੁਸੀਂ ਤਾਂ ਖੁਦ ਬਿਆਨ ਦੇ ਗਏ, ਉਹਦੇ ਬਾਅਦ ਰੁੱਸ ਗਏ। ਹੁਣ ਇਹ ਮੈਂ ਇਸ ਤੋਂ ਜ਼ਿਆਦਾ ਨਹੀਂ ਕਹਿਣਾ ਚਾਹਦਾ ਇਹਦੇ ਕੀ ਕਾਰਨ ਨੇ। 3 ਮਹੀਨੇ ਤੱਕ ਹਾਂ 3 ਮਹੀਨੇ ਤੱਕ ਅੱਛਾ ਮੈਂ ਸੱਚ ਪੰਜਾਬ ਦੇ ਲੀਡਰ ਕਹਿ ਰਹੇ ਹਨ ਕਿ ਅਕਾਲੀ ਦਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕੌਣ ਕਹਿ ਰਹੇ ਨੇ? ਸਾਡੇ ਲੀਡਰ ਕਾਂਗਰਸ। देखो एंजल रात को एक इंटरव्यू दी है एक मेजर न्यूज़ चैनल, मैं उन्होंने पूछा, मैं कहा जी को साढ़े अलाए रहे ने, असी नहीं उन्होंने कुछ किया, खुद छड़ गए ने। उन साढ़े उन कुछ लोग है जो उन्होंने अपनी व्यूज़ है उन्हें कि हूँ मैं सेंट्रल मिनिस्टर आके चंडीगढ़ आके तुसी मनो कहो जी तुहाडा कोई पटिंडे या कोई और कोई लीडर ने कुछ स्टेटमेंट की होए, वो मेरी टिप्पणी देनी ठीक बनती नहीं होते उसमें। ਇਸ ਤੋਂ ਇਲਾਵਾ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ
ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਵਿਕਾਸ ਲਈ 300 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਐਲਾਨ ਕੀਤਾ। ਇਸ ਧਨਰਾਸ਼ੀ ਦੇ ਵਿੱਚੋਂ 240 ਕਰੋੜ ਨਾਲ ਏਕੀਕ੍ਰਿਤ ਟਰਮੀਨਲ ਦਾ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। देखिए, 2-3 आप बातें उनको मैं इंप्लीमेंट कर रहा हूं। मैंने कल अमृतसर के लिए जो हमने किया वो भी ट्वीट किया मैंने बड़ी डिटेल में। चंडीगढ़ के बारे में मैंने बोला, मैंने इनिशिएट कर दिया। देखिए, 2-3 चीजें आप देख के चलिए। चंडीगढ़ एयरपोर्ट एक लोकेशन वाइज इट कंपीट्स फॉर ट्रैफिक विद अमृतसर एयरपोर्ट एंड इट कंपीट्स फॉर ट्रैफिक विद इंदिरा गांधी इंटरनेशनल एयरपोर्ट इन दिल्ली। तो ये जियोग्राफिक लोकेशन जो है इसको मैं चेंज नहीं कर सकता, पर मैंने हमारे अध्यक्ष जी को बोला था, सूद जी को, कि मैं एयरलाइंस के साथ चर्चा करूंगा और मैंने वो शुरू कर दी है। और हम ये देखेंगे कि जो हमारे विद इन द एग्जिस्टिंग सिस्टम हम कर सकते हैं, हम चंडीगढ़ की कनेक्टिविटी को इंक्रीज करेंगे। मैं आपको थोड़े आंकड़े देना चाहता हूं। 2014 में जो 10 साल जो रही है कांग्रेस यूपीए गवर्नमेंट, उस समय 204 डोमेस्टिक कनेक्शंस थे चंडीगढ़ के और इंटरनेशनल एक भी नहीं था। ये कनेक्टिविटी इंक्रीज हुई है 2020 में 204 की जगह ये 702 डोमेस्टिक हो गया है, 3 गुना से ज्यादा इंक्रीज है। 2014 में 204 थे, 2020 में 702 हैं और 26 इंटरनेशनल मूवमेंट्स हैं चंडीगढ़ में अभी। तो अब जो इस पे चर्चा होती है वो ये नहीं याद करते कि कितनी इंक्रीज हुई है, वो ये कहते हैं हमें और चाहिए। इसका मैं बताता हूं, 2 पॉसिबिलिटीज हैं। ये हमारा जो आसियान बायलैटरल एग्रीमेंट है उसमें चंडीगढ़ इज अ पोर्ट ऑफ कॉल। मैं इंटरनेशनल सिविल एविएशन एग्रीमेंट्स को यूनिलैटरली चेंज नहीं कर सकता, पर मैं ये कर सकता हूं कि इंटरनेशनल सिविल एविएशन एग्रीमेंट्स के अंदर जो हम एडजस्टमेंट कर सकते हैं, मैं आपने मुझे मौका दिया और मुझे एक उसका फायदा उठाना चाहता हूं। मैं आपको एक दोबारा जो मैंने वेबिनार में कहा था, वी विल हैव ए डिस्कशन विद द स्टेक होल्डर्स, द एयरलाइंस, द एयरपोर्ट अथॉरिटीज, और आपको भी बीच में रखेंगे कि कैसे हम, ये फिगर्स आर वेरी इंप्रेसिव इफ यू लुक एट देम। ਵਜ਼ੀਫਾ ਘੁਟਾਲੇ ਮਾਮਲੇ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸ ਮਾਮਲੇ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਸਵਾਲ ਕੀਤਾ ਕਿ ਜੇ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਫਿਰ ਦੋਸ਼ੀ ਕੌਣ ਹੈ। ਹਰਪਾਲ ਸਿੰਘ ਚੀਮਾ ਹੋਰਾਂ ਨੇ ਐਲਾਨ ਕੀਤਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਾਨੂੰਨੀ ਲੜਾਈ ਲੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਘੇਰਿਆ ਜਾਵੇਗਾ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਧਰਮਸੋਤ ਦੇ ਮੁੱਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਕੇ ਜਾਵਾਂਗੇ, ਅਸੀਂ ਇਸ ਨੂੰ ਕਾਨੂੰਨੀ ਚੁਣੌਤੀ ਦੇਵਾਂਗੇ। ਸਰਕਾਰ ਨੇ ਦਲਿਤ ਗਰੀਬ ਬੱਚਿਆਂ ਨਾਲ ਸ਼ਰੇਆਮ ਠੱਗੀ ਮਾਰੀ ਹੈ। ਨਾਲ ਹੀ ਉਹਨਾਂ ਐਲਾਨ ਕੀਤਾ ਕਿ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਘੇਰਿਆ ਜਾਵੇਗਾ। ਜਿਹੜੀ ਕੱਲ ਇੱਕ ਰਿਪੋਰਟ ਜਿਹੜੀ ਆ ਕਲੀਨ ਚਿੱਟ ਦੇਣ ਦੇ ਲਈ ਜਿਹੜੀ ਕਮੇਟੀ ਬਣਾਈ ਸੀ ਧਰਮਸੋਤ ਨੂੰ, ਉਹਦੀ ਰਿਪੋਰਟ ਸਾਹਮਣੇ ਆਈ ਹੈਗੀ। ਸਾਧੂ ਸਿੰਘ ਧਰਮਸੋਤ ਜਿਹੜੇ ਮਿਨਿਸਟਰ ਨੇ, ਜਿਨ੍ਹਾਂ ਨੇ ਬਹੁਤ ਵੱਡਾ ਸਕੈਮ ਕੀਤਾ ਗਾ, ਖਾਸ ਤੌਰ ਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਲੈ ਕੇ, ਉਹਨਾਂ ਨੂੰ ਕੱਲ ਕਲੀਨ ਚਿੱਟ ਦਿੱਤੀ ਆ। ਆਮ ਆਦਮੀ ਪਾਰਟੀ ਇਹਨੂੰ ਮੂਲੋਂ ਰੱਦ ਕਰਦੀ ਆ। ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਤੁਹਾਡੇ ਜ਼ਰੀਏ ਮੰਗ ਕੀਤੀ ਸੀਗੀ ਕਿ ਇਹ ਸਾਰੇ ਮਾਮਲੇ ਦੀ ਹਿੰਦੁਸਤਾਨ ਦੀ ਜਿਹੜੀ ਸੀਬੀਆਈ ਏਜੰਸੀ ਆ ਉਹ ਜਾਂਚ ਕਰੇ ਔਰ ਉਸ ਜਾਂਚ ਦੀ ਨਿਗਰਾਨੀ ਜਿਹੜਾ ਹੈਗਾ ਮੌਜੂਦਾ ਜੱਜ ਹਾਈ ਕੋਰਟ ਦਾ ਕਰੇ, ਤਾਂ ਮੈਂ ਸਮਝਦਾ ਇਸ ਜਾ ਕੇ ਦਲਿਤ ਵਿਦਿਆਰਥੀਆਂ ਨੂੰ, ਗਰੀਬ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕਦਾ ਗਾ। ਪਰ ਲੇਕਿਨ ਹਾਲੇ ਵੀ ਇਸ ਰਿਪੋਰਟ ਦੇ ਜਿਸ ਤਰ੍ਹਾਂ ਛਪਿਆ ਗਾ, ਇਸ ਰਿਪੋਰਟ ਦੇ ਅੰਕੜੇ ਦੱਸਦੇ ਨੇ ਕਿ ਹਾਲੇ ਵੀ ਜਿਹੜਾ ਹੈਗਾ ਲਗਭਗ ਜੇ ਇਹਨਾਂ ਦੀ ਮੰਨ ਲਈਏ, ਰਿਪੋਰਟ ਦੀ ਮੰਨ ਲਈਏ, ਹਾਲੇ ਵੀ 8 ਕਰੋੜ ਤੋਂ ਉੱਪਰ ਦਾ ਜਿਹੜਾ ਬਕਾਇਆ ਗਾ ਉਹ ਪੈਂਡਿੰਗ ਆ। 8 ਕਰੋੜ ਸਾਹਮਣੇ ਦਿਖਦਾ ਬਿਲਕੁਲ। ਸੋ ਇਸੇ ਤਰ੍ਹਾਂ 51 ਕਰੋੜ ਰੁਪਏ ਕੁੱਲ ਜਿਹੜੇ ਪੈਸੇ ਨੇ, 55 ਕਰੋੜ ਰੁਪਏ ਦੀ ਮਿਸ ਮੈਚਿੰਗ, 55.97 ਕਰੋੜ ਦੀ 55.97 ਕਰੋੜ ਦੀ ਹਜੇ ਵੀ ਜਿਹੜਾ ਮਿਸਮੈਚਿੰਗ ਆ, ਹਜੇ ਵੀ ਜਿਹੜਾ ਉਹ ਨਹੀਂ ਸਾਹਮਣੇ ਆਇਆ, ਕਿਉਂਕਿ 1219 ਕਾਲਜਾਂ ਨੂੰ 248.11 ਕਰੋੜ ਰੁਪਇਆ ਦੇਣਾ ਸੀਗਾ। 1219 ਕਾਲਜਾਂ ਨੂੰ, ਜਿਹੜਾ ਕਿ 1022 ਕਾਲਜਾਂ ਨੂੰ ਕਿੰਨਾ ਦਿੱਤਾ ਗਿਆ, 192.14 ਕਰੋੜ ਰੁਪਇਆ। ਸੋ ਇਹਦੇ ਚ 55.97 ਕਰੋੜ ਰੁਪਇਆ, 55 ਕਰੋੜ 97 ਲੱਖ ਰੁਪਇਆ ਜਿਹੜਾ ਹੈਗਾ ਹਜੇ ਵੀ ਉਹ ਮਿਸਮੈਚ ਆ। ਔਰ 197
197 ਸੰਸਥਾਵਾਂ ਜਿਹੜੀਆਂ ਉਹ ਰਹਿ ਗਈਆਂ, ਉਹਨਾਂ ਦੀ ਜਿਹੜੀ 28 ਕਰੋੜ ਦੀ ਵਸੂਲੀ ਹੋਰ ਹੋਣੀ ਸੀ ਨਾ, ਉਹ ਵਸੂਲੀ ਕੀਤੀ ਆ। ਸੋ ਜਿਹੜੀ ਇਹ ਕਲੀਨ ਚਿੱਟ ਦੇਣ ਲਈ, ਕਿਉਂਕਿ ਹੁਣ ਤੱਕ ਜਿੰਨੀਆਂ ਵੀ ਕੈਪਟਨ ਸਾਹਿਬ ਨੇ, ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿੰਨੀਆਂ ਵੀ ਕਮੇਟੀਆਂ ਬਣਾਈਆਂ ਨੇ, ਚਾਹੇ ਸਿੱਟਾਂ ਬਣਾਈਆਂ ਨੇਗੀਆਂ ਜਾਂ ਹੋਰ ਜਿਹੜੀਆਂ ਜਾਂਚ ਏਜੰਸੀਆਂ ਬਣਾਈਆਂ ਨੇ, ਸਾਰੀਆਂ ਕੀ ਹੋ ਨਿਬੜੀਆਂ, ਸਾਰੀਆਂ ਕਲੀਨ ਚਿੱਟ ਦਿੰਦੀਆਂ ਨੇਗੀਆਂ। ਕਲੀਨ ਚਿੱਟ ਸਿੱਟ ਦਾ ਮਤਲਬ ਆ ਕਲੀਨ ਚਿੱਟ ਲੈਣੀ। ਕੈਪਟਨ ਸਾਹਿਬ ਪਹਿਲਾਂ ਹੀ ਉਹ ਇਸ ਤਰ੍ਹਾਂ ਦੇ ਬੰਦੇ ਨਾਮਜ਼ਦ ਕਰਦੇ ਨੇਗੇ, ਇਸ ਤਰ੍ਹਾਂ ਦੀਆਂ ਕਮੇਟੀਆਂ ਬਣਾਉਂਦੇ ਨੇਗੇ ਤਾਂ ਕਿ ਕਲੀਨ ਚਿੱਟ ਲਈ ਜਾਵੇ। ਪਰ ਲੇਕਿਨ ਆਮ ਆਦਮੀ ਪਾਰਟੀ ਦੀ ਅੱਜ ਵੀ ਮੰਗ ਆ ਜਿੱਦਾਂ ਕਿ ਤੁਰੰਤ ਜਿਹੜਾ ਹੈਗਾ ਇਹ ਜੀ ਸਾਰੇ ਮਾਮਲੇ ਦੀ ਜਾਂਚ ਆ ਸੀਬੀਆਈ ਨੂੰ ਸੌਂਪੀ ਜਾਵੇ ਔਰ ਉਹਦੀ ਨਿਗਰਾਨੀ ਹਾਈ ਕੋਰਟ ਦਾ ਜੱਜ ਕਰੇ। ਇਸ ਰਿਪੋਰਟ ਨੂੰ, ਇਹ ਸਾਰੇ ਸਕੈਮ ਨੂੰ ਪੰਜਾਬ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਸੋ ਇਹਦੇ ਨਾਲ ਦੀ ਨਾਲ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਬੜੀ ਜਲਦੀ ਕਿਉਂਕਿ ਕਾਫੀ ਸਾਰੇ ਸੰਘਰਸ਼ ਜਿਹੜੇ ਹੈਗੇ ਨੇ ਕਿਸਾਨਾਂ ਦੇ ਚੱਲ ਰਹੇ ਨੇ, ਉਸ ਗੱਲ ਕਰਕੇ ਡੇਟ ਅਸੀਂ ਅੱਜ ਨਹੀਂ ਅਨਾਉਂਸ ਕਰ ਰਹੇ, ਬੜੀ ਜਲਦੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪ੍ਰਾਈਵੇਟ ਫਾਰਮ ਹਾਊਸ ਸਿਸਮਾ ਹਾਊਸ ਘੇਰਾਂਗੇ। ਜਦ ਤੱਕ ਜਿਹੜਾ ਹੈਗਾ ਇਹ ਸਕੈਮ ਨਹੀਂ ਰੁਕਦਾ ਉਦ ਤੱਕ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਰੂਪ ਸੰਘਰਸ਼ ਕਰਦੀ ਰਹੂ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਕਾਂਗਰਸ, ਅਕਾਲੀ ਦਲ, ਬਾਦਲ ਅਤੇ ਭਾਜਪਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਦਲਿਤਾਂ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝੇ ਰੱਖ ਰਹੀਆਂ ਨੇ ਤਾਂ ਕਿ ਇਹ ਵਰਗ ਸਿਰਫ ਉਹਨਾਂ ਦੇ ਵੋਟ ਬੈਂਕ ਤੱਕ ਸੀਮਤ ਰਹੇ। ਬੜੇ ਲੰਬੇ ਅਰਸੇ ਤੋਂ ਬਾਦਲ ਪਰਿਵਾਰ ਦੀ, ਕੈਪਟਨ ਪਰਿਵਾਰ ਦੀ, ਦੋਨਾਂ ਪਰਿਵਾਰਾਂ ਦੀ ਇੱਕ ਸਾਂਝੀ ਰਣਨੀਤੀ ਆ, ਇੱਕ ਸਾਂਝੀ ਚਾਲ ਆ ਕਿ ਪੰਜਾਬ ਦੇ ਗਰੀਬ ਲੋਕਾਂ ਨੂੰ, ਦਲਿਤ ਵਿਦਿਆਰਥੀਆਂ ਨੂੰ ਕਿਵੇਂ ਸਿੱਖਿਆ ਤੋਂ ਵਾਂਝੇ ਕਰਨਾਗਾ, ਕਿਵੇਂ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣੀ। ਕਿਉਂਕਿ ਜੇਕਰ ਕੋਈ ਵਿਅਕਤੀ ਐਜੂਕੇਸ਼ਨ ਲੈ ਲੈਂਦਾਗਾ ਤਾਂ ਮੈਂ ਸਮਝਦਾ ਉਹਦੇ ਕੋਲ ਇੱਕ ਦਿਮਾਗ ਪੈਦਾ ਹੋ ਜਾਂਦਾ, ਉਹ ਆਪਣਾ ਕੰਮਕਾਰ ਕਰ ਸਕਦਾਗਾ, ਤਾਂ ਉਹਦਾ ਆਪਣਾ ਪਰਿਵਾਰ ਪਾਲ ਸਕਦਾਗਾ। ਸੋ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਜਿਹੜਾ ਹੈਗਾ ਉਹ ਗਰੀਬ ਵਿਦਿਆਰਥੀਆਂ ਤੋਂ, ਦਲਿਤ ਵਿਦਿਆਰਥੀਆਂ ਤੋਂ ਜਿਹੜਾ ਹੈਗਾ ਉਹਨਾਂ ਦੀ ਵਿੱਦਿਆ ਖੋਹ ਰਿਹਾ ਹੈਗਾ। ਤੁਸੀਂ ਦੇਖੋ ਕਿ ਕੱਲਾ ਪੰਜਾਬ ਆ ਜਿੱਥੇ ਰਾਈਟ ਆਫ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹ ਲਾਗੂ ਨਹੀਂ ਹੈਗਾ, ਕੱਲੇ ਪੰਜਾਬ 'ਚ ਲਾਗੂ ਨਹੀਂ ਹੈਗਾ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਰਡਰ ਜਾਰੀ ਕੀਤਾ ਸੀਗਾ ਕਿ ਅਸੀਂ ਜੇਕਰ ਕੋਈ ਪ੍ਰਿੰਸੀਪਲ, ਜੇਕਰ ਕੋਈ ਸਕੂਲ ਦਾ ਹੈਡਮਾਸਟਰ ਇਹ ਲਿਖ ਕੇ ਦੇਊਗਾ ਕਿ ਬੱਚਾ ਜਿਹੜਾ ਹੈਗਾ ਪ੍ਰਾਈਵੇਟ ਸਕੂਲ 'ਚ ਪੜ੍ਹ ਸਕਦਾ ਹੈਗਾ, ਸਰਟੀਫਿਕੇਟ ਦੇਊਗਾ, ਫਿਰ ਜਾ ਕੇ ਜਿਹੜਾ ਹੈਗਾ ਉਸ ਬੱਚੇ ਨੂੰ ਐਡਮਿਸ਼ਨ ਮਿਲ ਸਕਦੀ ਹੈ ਇਸ ਐਕਟ ਦੇ ਤਹਿਤ। ਪਰ ਲੇਕਿਨ ਕਿਸੇ ਵੀ ਸਿੰਗਲ ਬੱਚੇ ਨੂੰ ਪੰਜਾਬ ਦੇ ਨੂੰ, ਕਿਸੇ ਵੀ ਗਰੀਬ ਵਿਦਿਆਰਥੀ, ਕਿਉਂਕਿ ਉਹ ਜਿਹੜਾ ਐਕਟ ਹੈਗਾ ਉਹਦੇ ਤਹਿਤ ਕਾਸਟ ਦੀ ਕੋਈ ਪ੍ਰੋਬਲਮ ਨਹੀਂ, ਕੋਈ ਵੀ ਗਰੀਬ ਵਿਦਿਆਰਥੀ, ਕਿਸੇ ਵੀ ਵਰਗ ਦਾ ਗਰੀਬ ਵਿਦਿਆਰਥੀ ਜਿਹੜਾ ਪੜ੍ਹਨਾ ਚਾਹੁੰਦਾ ਕਿ ਪ੍ਰਾਈਵੇਟ ਸਕੂਲ ਦੇ 25% ਸੀਟਾਂ ਉਹਨਾਂ ਲਈ ਰਾਖਵੀਆਂ ਹੋਣਗੀਆਂ। ਪਰ ਲੇਕਿਨ ਅਫਸੋਸ ਕਿ 25% ਇੱਕ ਵੀ ਸਿੰਗਲ 2009 ਤੋਂ ਲੈ ਕੇ ਹੁਣ ਤੱਕ ਇੱਕ ਸਿੰਗਲ ਵੀ ਵਿਦਿਆਰਥੀ ਨੂੰ ਪੰਜਾਬ ਦੇ ਨੂੰ ਉਸ ਐਕਟ ਦੇ ਤਹਿਤ ਜਿਹੜੀ ਆ ਐਡਮਿਸ਼ਨ ਨਹੀਂ ਮਿਲੀ, ਉਹਦੀ ਵਿੱਦਿਆ ਹਾਸਲ ਨਹੀਂ ਕੀਤੀ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ। ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਮੁੱਦੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ। 2022 ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, 1.5 ਸਾਲ ਰਹਿ ਗਿਆ ਤੇ ਆਮ ਤੌਰ ਤੇ ਮੰਨਿਆ ਇਹ ਜਾ ਰਿਹਾ ਸੀ ਕਿ ਕੈਪਟਨ ਸਰਕਾਰ ਹੁਣ ਲੋਕਾਂ ਨੂੰ ਕੀ ਜਵਾਬ ਦੇਗੀ, ਕਿਉਂਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬੜੇ ਵੱਡੇ ਵਾਅਦੇ ਕੀਤੇ ਸੀ। ਸਭ ਤੋਂ ਵੱਡਾ ਵਾਅਦਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਾਂਗੇ, ਸਾਰਾ ਕਰਜ਼ਾ। ਪਰ ਘੱਟ ਕਰਜ਼ਾ ਮਾਫ ਹੋਇਆ, ਬਹੁਤ ਘੱਟ ਕਿਸਾਨਾਂ ਦਾ ਹੋਇਆ ਤੇ ਜਿਹੜਾ 2.5 ਲੱਖ ਤੱਕ ਕੀਤਾ ਕਿਸਾਨਾਂ ਦਾ ਕਹਿਣਾ ਸੀ ਬਾਕੀ ਜਿਹੜਾ ਕਰਜ਼ਾ ਉਹ ਕਦੋਂ ਮਾਫ ਕਰੋਗੇ। ਦੂਜਾ, ਘਰ ਨੌਕਰੀ ਤੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ 2500 ਰੁਪਏ ਜਿਹੜਾ ਬੇਰੁਜ਼ਗਾਰੀ ਭੱਤਾ, ਹੋਰ ਬੜੇ ਵੱਡੇ ਵਾਅਦੇ ਕੀਤੇ ਸੀ ਸ਼ਗਨ ਸਕੀਮਾਂ ਨੂੰ ਲੈ ਕੇ, ਪਰ ਉਹ ਵਾਅਦੇ ਪੂਰੇ ਨਹੀਂ ਹੋਏ। ਵਾਅਦੇ ਪੂਰੇ ਨਾ ਹੋਣ ਕਰਕੇ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਸੀ ਕਿ ਕੈਪਟਨ ਸਰਕਾਰ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ ਤੋਂ ਵੋਟਾਂ ਮੰਗੇਗੀ। ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀकांड ਦੇ ਮਾਮਲੇ ਦੇ ਵਿੱਚ ਕੈਪਟਨ ਸਾਹਿਬ ਨੇ ਨਿਕਲਣ ਤਾਂ ਦੇਣਾ ਨਹੀਂ ਉਹਨਾਂ ਨੂੰ, ਪਰ ਹੁਣ ਉਹਨਾਂ ਨੂੰ ਕਿਸਾਨੀ ਦਾ ਮੁੱਦਾ ਮਿਲ ਗਿਆ। ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਕੇਂਦਰ ਦੇ ਵਿੱਚੋਂ। ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਪੂਰਾ ਸਰਗਰਮ ਹੋ ਗਿਆ। ਆਮ ਆਦਮੀ ਪਾਰਟੀ ਆਪਣੇ ਪੱਧਰ ਉੱਤੇ ਡਫਲੀ ਵਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ, ਪਰ ਕਿਸਾਨ ਸਵਾਲ ਆਮ ਆਦਮੀ ਪਾਰਟੀ ਨੂੰ ਪੁੱਛ ਰਹੇ ਨੇ, ਜੇ ਤੁਸੀਂ ਸਾਡੇ ਨਾਲ ਖੜੇ ਹੋ, ਸਾਨੂੰ ਤਾਂ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ। ਕਦੇ ਸ਼ੰਭੂ ਬਾਰਡਰ ਤੇ ਰੋਕਦੇ ਨੇ, ਕਦੇ ਕਿਸੇ ਹੋਰ ਬਾਰਡਰ ਤੇ ਰੋਕ ਦਿੰਦੇ ਨੇ, ਤੇ ਕੇਜਰੀਵਾਲ ਤਾਂ ਦਿੱਲੀ ਦੇ ਵਿੱਚ ਬੈਠੇ ਨੇ, ਮੋਦੀ ਸਾਹਿਬ ਦੇ ਘਰ ਦਾ ਕੁੰਡਾ ਕਿਉਂ ਨਹੀਂ ਜਾ ਕੇ ਖੜਕਾਉਂਦੇ। ਸੋ ਇੱਥੋਂ ਲੱਗ ਰਿਹਾ ਹੈ ਕਿ ਜੋ ਵੀ ਵਰਤਾਰਾ ਨਜ਼ਰ ਆ ਰਿਹਾ ਹੈ ਕਿ ਜਿੰਨੀਆਂ ਵੀ ਰਾਸੀ ਧਿਰਾਂ ਹੈਗੀਆਂ ਨੇ ਉਹ ਇਸ ਮੁੱਦੇ ਉੱਤੇ ਇੱਕ ਆਪਸੀ ਸਮਝ ਦੇ ਨਾਲ ਚੱਲ ਰਹੀਆਂ ਨੇ, ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਰ।
ਇਹ ਲੱਗ ਰਿਹਾ ਕਿ ਸਾਰੀਆਂ ਹੀ ਰਾਜਸੀ ਧਿਰਾਂ ਨੂੰ ਕਿਸਾਨੀ ਅੱਜ ਬੋਝ ਲੱਗਣ ਲੱਗ ਗਈ ਹੈ। ਕਿਉਂ ਲੱਗਣ ਲੱਗ ਗਈ ਹੈ? ਉਹ ਸਭ ਨੂੰ ਪਤਾ ਹੈ ਕਿ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਿਸਾਨੀ ਵੱਲ ਧਿਆਨ ਹੀ ਨਹੀਂ ਦਿੱਤਾ। ਕਿਸਾਨ ਖੁਦਕੁਸ਼ੀਆਂ ਕਰਦੇ ਗਏ, ਖੁਦਕੁਸ਼ੀਆਂ ਦੇ ਉੱਤੇ ਵੀ ਇਹ ਵੋਟਾਂ ਲੋਕਾਂ ਤੋਂ ਮੰਗਦੇ ਗਏ। ਪੰਜਾਬ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਇੱਕ ਵੱਡਾ ਮੁੱਦਾ ਰਿਹਾ, ਪਰ ਹਮੇਸ਼ਾ ਇਸ ਮੁੱਦੇ ਦੇ ਉੱਤੇ ਵੋਟਾਂ ਮੰਗਦੇ ਰਹੇ ਨੇ। ਇੱਕ ਹੋਰ ਅਹਿਮ ਸਵਾਲ ਇਹ ਬਣਦਾ ਹੈ ਕਿ ਕਿਸਾਨ ਤਾਂ ਮੰਗ ਕਰ ਰਹੇ ਨੇ ਕਿ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕੀਤੀ ਜਾਵੇ, ਪਰ ਅੱਜ ਰੌਲਾ ਇਹ ਪਿਆ ਹੈ ਕਿ ਬਿੱਲਾਂ ਦੇ ਵਿੱਚ ਅਮੈਂਡਮੈਂਟ ਕਰਨੀ ਹੈ ਜਾਂ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਰੱਦ ਕਰਨੇ ਨੇ। ਮਤਲਬ ਕਿ ਸਵਾਮੀਨਾਥਨ ਦੀ ਰਿਪੋਰਟ ਤੋਂ ਵੀ ਧਿਆਨ ਭਟਕਾਇਆ ਜਾ ਰਿਹਾ ਹੈ। ਨਰਿੰਦਰ ਮੋਦੀ ਸਾਹਿਬ ਨੇ ਵੋਟਾਂ ਮੰਗੀਆਂ ਸੀ ਕਿਸਾਨਾਂ ਤੋਂ। ਪਹਿਲਾਂ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਅਸੀਂ 2020 ਤੱਕ ਦੁੱਗਣੀ ਕਰ ਦਾਂਗੇ, 2020 ਵੀ ਆ ਗਿਆ, ਕਿਸਾਨਾਂ ਦੀ ਆਮਦਨ ਪਹਿਲਾਂ ਨਾਲੋਂ ਘਟ ਗਈ। ਹੁਣ ਕਹਿੰਦੇ ਨਹੀਂ ਜੀ ਅਸੀਂ 2022 ਤੱਕ ਦੁੱਗਣੀ ਕਰ ਦਾਂਗੇ। 2022 ਮਤਲਬ ਪੰਜਾਬ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਸ ਨੂੰ ਮੱਦੇਨਜ਼ਰ ਰੱਖ ਕੇ ਗੱਫੇ ਦਿੱਤੇ ਜਾਣਗੇ ਕਿਸਾਨਾਂ ਨੂੰ, ਤੇ ਉਸ ਤੋਂ ਬਾਅਦ ਕਿਸਾਨਾਂ ਦਾ ਕੀ ਹਾਲ ਹੋਏਗਾ, ਇੱਕ ਵੱਡਾ ਸਵਾਲ ਬਣਿਆ ਹੋਇਆ। ਸੋ ਕਿਸਾਨਾਂ ਨੂੰ ਇਸ ਮਾਮਲੇ ਦੇ ਵਿੱਚ ਚੌਕਸ ਹੋਣ ਦੀ ਲੋੜ ਹੈ। ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਚੌਕਸ ਹੋਣ ਦੀ ਲੋੜ ਹੈ, ਕਿਉਂਕਿ ਕਿਸਾਨ ਤਾਂ ਆਪਣੀ ਫਸਲ ਦਾ ਬਣਦਾ ਮੁੱਲ ਮੰਗਦਾ ਹੈ। ਜੇ ਉਸ ਨੂੰ ਆਪਣੀ ਫਸਲ ਦਾ ਬਣਦਾ ਮੁੱਲ ਮਿਲ ਜਾਵੇ ਤਾਂ ਉਸ ਨੂੰ ਕਰਜ਼ਾ ਚੁੱਕਣਾ ਨਹੀਂ ਪਏਗਾ। ਬਹੁਤ ਸਾਰੀਆਂ ਨੇ ਸਮੱਸਿਆਵਾਂ ਆ ਗਈਆਂ ਨੇ, ਉਹ ਹੱਲ ਹੋ ਜਾਣਗੀਆਂ। ਦੇਖਣਾ ਹੋਵੇਗਾ ਕਿ ਹੁਣ ਕੀ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਜਾਂਦਾ ਹੈ। ਨਰਿੰਦਰ ਮੋਦੀ ਦੀ ਸਰਕਾਰ ਚੁੱਕਦੀ ਹੀ ਹੈ ਜਾਂ ਨਹੀਂ ਚੁੱਕਦੀ, ਜਾਂ ਕਿਸਾਨੀ ਅੰਦੋਲਨ ਦੀ ਜਿੱਤ ਹੋਵੇਗੀ, ਜਾਂ ਕਿਸਾਨੀ ਅੰਦੋਲਨ ਕੋਈ ਨਵਾਂ ਮੋੜ ਲਏਗਾ। ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦਾ ਕੀ ਬਣੂਗਾ, ਐਨਡੀਏ ਦਾ ਕੀ ਬਣੂਗਾ, ਬਹੁਤ ਸਾਰੇ ਸਵਾਲ ਖੜੇ ਨੇ। ਸੋ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।